ਪਿਆਰੇ ਵਿਦਿਆਰਥੀਓ, ਮੈਂ ਮਨਜੀਤ ਕੌਰ, ਅਪੈਰਲ ਟ੍ਰੇਨਰ। ਆਪਣਾ ਅੱਜ ਦਾ ਵਿਸ਼ਾ ਹੈ ਸਪੈਸੀਫਿਕੇਸ਼ਨ ਸ਼ੀਟ। ਸਪੈਸੀਫਿਕੇਸ਼ਨ ਸ਼ੀਟ ਕਿਵੇਂ ਤਿਆਰ ਕਰਨੀ ਹੈ, ਇਸ ਵਿੱਚ ਕੀ ਹੁੰਦਾ ਹੈ, ਇਸ ਬਾਰੇ ਆਪਾਂ ਅੱਜ ਇਸ ਵੀਡੀਓ ਰਾਹੀਂ ਸਿੱਖਾਂਗੇ। ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਸਪੈਸੀਫਿਕੇਸ਼ਨ ਸ਼ੀਟ ਕੀ ਹੁੰਦੀ ਹੈ, ਇਸ ਦਾ ਕੀ ਅਰਥ ਹੁੰਦਾ ਹੈ। ਅਪੈਰਲ ਇੰਡਸਟਰੀ ਵਿੱਚ ਗਾਰਮੈਂਟ ਸਪੈਸੀਫਿਕੇਸ਼ਨ ਸ਼ੀਟ ਕਿਸੇ ਗਾਰਮੈਂਟ ਨੂੰ ਤਿਆਰ ਕਰਨ ਦਾ ਵੇਰਵਾ ਹੁੰਦਾ ਹੈ। ਇਹ ਉਤਪਾਦ ਦਾ ਬਲੂਪ੍ਰਿੰਟ ਹੁੰਦਾ ਹੈ। ਸ਼ੁਰੂਆਤੀ ਸਪੈਸੀਫਿਕੇਸ਼ਨ ਸ਼ੀਟ ਪ੍ਰੋਟੋ ਸੈਂਪਲ ਦੇ ਡਿਵੈਲਪਮੈਂਟ ਲਈ ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਸਪੈਸੀਫਿਕੇਸ਼ਨ ਸ਼ੀਟ ਵਿੱਚ ਫਿੱਟ ਟਰਾਇਲ ਸੈਂਪਲ ਪ੍ਰਾਪਤ ਹੋਣ ਤੱਕ ਬਦਲਾਅ ਕੀਤੇ ਜਾਂਦੇ ਹਨ। ਅਪੈਰਲ ਇੰਡਸਟਰੀ ਵਿੱਚ ਗਾਰਮੈਂਟ ਸਪੈਸੀਫਿਕੇਸ਼ਨ ਸ਼ੀਟ ਇੱਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਹੁੰਦਾ ਹੈ। ਸਪੈਸੀਫਿਕੇਸ਼ਨ ਸ਼ੀਟ ਨੂੰ ਤਿਆਰ ਕਰਨ ਦਾ ਮੁੱਖ ਉਦੇਸ਼ ਗਾਰਮੈਂਟ ਨਿਰਮਾਣ ਦੌਰਾਨ ਗਾਰਮੈਂਟ ਨਿਰਮਾਤਾ ਨੂੰ ਸਹਾਇਤਾ ਕਰਨਾ ਹੁੰਦਾ ਹੈ, ਤਾਂ ਕਿ ਉਹ ਇਸ ਸਪੈਸੀਫਿਕੇਸ਼ਨ ਸ਼ੀਟ ਦੇ ਆਧਾਰ 'ਤੇ ਗਾਰਮੈਂਟ ਨੂੰ ਤਿਆਰ ਕਰ ਸਕਣ। ਇਹ ਸ਼ੀਟ ਫੈਸ਼ਨ ਡਿਜ਼ਾਈਨਰ ਦੁਆਰਾ ਤਿਆਰ ਕੀਤੀ ਜਾਂਦੀ ਹੈ ਅਤੇ ਇਹ ਆਮ ਤੌਰ 'ਤੇ ਸਾਫਟ ਕਾਪੀ ਦੇ ਰੂਪ ਵਿੱਚ ਹੁੰਦੀ ਹੈ। ਅੱਗੇ ਹੈ ਸਪੈਸੀਫਿਕੇਸ਼ਨ ਸ਼ੀਟ ਦੀ ਸਮੱਗਰੀ। ਸਪੈਸੀਫਿਕੇਸ਼ਨ ਸ਼ੀਟ ਦੀ ਸਮੱਗਰੀ ਤੋਂ ਭਾਵ ਇਸ ਵਿੱਚ ਮੌਜੂਦ ਉਤਪਾਦ ਨਾਲ ਸੰਬੰਧਿਤ ਜਾਣਕਾਰੀ ਤੋਂ ਹੈ, ਜਿਵੇਂ ਕਿ ਸਟਾਈਲ ਨੰਬਰ। ਸਪੈਸੀਫਿਕੇਸ਼ਨ ਸ਼ੀਟ ਦੇ ਉੱਪਰਲੇ ਹਿੱਸੇ 'ਤੇ ਗਾਰਮੈਂਟ ਦਾ ਸਟਾਈਲ ਨੰਬਰ ਦਿੱਤਾ ਜਾਂਦਾ ਹੈ। ਇਹ ਸਟਾਈਲ ਨੰਬਰ ਬ੍ਰਾਂਡ ਦੀ ਪਹਿਚਾਣ ਲਈ ਦਿੱਤਾ ਜਾਂਦਾ ਹੈ। ਗਾਰਮੈਂਟ ਦੀ ਸ਼੍ਰੇਣੀ ਸੰਬੰਧੀ ਜਾਣਕਾਰੀ। ਇਸ ਵਿੱਚ ਗਾਰਮੈਂਟ ਦੀ ਸ਼੍ਰੇਣੀ ਬਾਰੇ ਜਾਣਕਾਰੀ ਲਿਖੀ ਹੁੰਦੀ ਹੈ, ਜਿਵੇਂ ਕਿ ਇਹ ਗਾਰਮੈਂਟ ਜੈਂਟਸ ਲਈ ਹੈ ਜਾਂ ਲੇਡੀਜ਼ ਲਈ, ਸਰਦੀਆਂ ਲਈ ਹੈ ਜਾਂ ਗਰਮੀਆਂ ਲਈ, ਜੈਕਟ ਹੈ ਜਾਂ ਕੁੜਤਾ। ਤਾਰੀਖ। ਇਸ ਵਿੱਚ ਉਸ ਤਾਰੀਖ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ ਜਿਸ ਤਾਰੀਖ ਨੂੰ ਸਪੈਸੀਫਿਕੇਸ਼ਨ ਸ਼ੀਟ ਪ੍ਰੋਡਕਟਸ ਯੂਨਿਟ ਨੂੰ ਦਿੱਤੀ ਗਈ ਹੈ। ਇਸ ਦੇ ਨਾਲ ਉਤਪਾਦ ਦੀ ਸਹੀ ਟਾਈਮਲਾਈਨ ਨੂੰ ਟਰੈਕ ਕਰਨ ਵਿੱਚ ਮਦਦ ਮਿਲਦੀ ਹੈ। ਸਕੈਚ ਅਤੇ ਡਿਜ਼ਾਈਨ। ਇਸ ਵਿੱਚ ਉਤਪਾਦ ਦੇ ਅਗਲਾ ਅਤੇ ਪਿਛਲੇ ਹਿੱਸੇ ਦਾ ਪੂਰਾ ਸਕੈਚ ਅਤੇ ਡਿਜ਼ਾਈਨ ਬਣਿਆ ਹੁੰਦਾ ਹੈ। ਫੈਬਰਿਕ ਸੰਬੰਧੀ ਜਾਣਕਾਰੀ। ਇਸ ਵਿੱਚ ਉਤਪਾਦ ਦੇ ਫੈਬਰਿਕ ਸੰਬੰਧੀ ਜਾਣਕਾਰੀ ਸ਼ਾਮਿਲ ਹੁੰਦੀ ਹੈ, ਜਿਵੇਂ ਕਿ ਫੈਬਰਿਕ ਦੀ ਕਿਸਮ, ਫੈਬਰਿਕ ਕੋਡ, ਫਾਈਬਰ ਸੰਬੰਧੀ ਜਾਣਕਾਰੀ। ਉਤਪਾਦ ਦਾ ਤਕਨੀਕੀ ਚਿੱਤਰ। ਇਸ ਵਿੱਚ ਉਤਪਾਦ ਨਾਲ ਸੰਬੰਧਿਤ ਵੱਖ-ਵੱਖ ਹਿੱਸਿਆਂ ਦਾ ਤਕਨੀਕੀ ਚਿੱਤਰ ਦਿੱਤਾ ਗਿਆ ਹੁੰਦਾ ਹੈ। ਇਹ ਖਰੀਦਦਾਰ ਦੇ ਨਿਰਦੇਸ਼ ਅਨੁਸਾਰ ਲੋੜੀਂਦੀ ਚੀਜ਼ਾਂ ਦਾ ਡਿਜ਼ਾਈਨ ਹੁੰਦਾ ਹੈ। ਇਹ ਕੰਪਿਊਟਰ ਦੀ ਮਦਦ ਨਾਲ ਤਿਆਰ ਕੀਤਾ ਜਾਂਦਾ ਹੈ। ਮਾਪ ਚਾਰਟ। ਇਸ ਵਿੱਚ ਉਤਪਾਦ ਦੇ ਵੱਖ-ਵੱਖ ਹਿੱਸਿਆਂ ਦੇ ਮਾਪ ਸੰਬੰਧੀ ਜਾਣਕਾਰੀ ਸ਼ਾਮਿਲ ਹੁੰਦੀ ਹੈ। ਇਸ ਅਨੁਸਾਰ ਪੈਟਰਨ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਮਾਪ ਸ਼ੀਟ ਵੀ ਕਿਹਾ ਜਾਂਦਾ ਹੈ। ਪ੍ਰਿੰਟਿੰਗ ਨਿਰਦੇਸ਼। ਇਸ ਵਿੱਚ ਉਤਪਾਦ 'ਤੇ ਕੀਤੀ ਜਾਣ ਵਾਲੀ ਪ੍ਰਿੰਟਿੰਗ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਹੁੰਦੀ ਹੈ, ਜਿਵੇਂ ਕਿ ਪ੍ਰਿੰਟ ਦਾ ਨਮੂਨਾ ਕਿਸ ਥਾਂ 'ਤੇ ਬਣਾਉਣਾ ਹੈ, ਉਸ ਦਾ ਆਕਾਰ ਕਿੰਨਾ ਹੋਣਾ ਚਾਹੀਦਾ ਹੈ, ਉਸ ਲਈ ਕਿਸ ਕਿਸਮ ਦੇ ਰੰਗ ਦੀ ਵਰਤੋਂ ਕਰਨੀ ਹੈ, ਆਦਿ। ਕਢਾਈ ਨਿਰਦੇਸ਼। ਇਸ ਵਿੱਚ ਉਤਪਾਦ 'ਤੇ ਕੀਤੀ ਜਾਣ ਵਾਲੀ ਕਢਾਈ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਹੁੰਦੀ ਹੈ, ਜਿਵੇਂ ਕਿ ਕਢਾਈ ਦਾ ਨਮੂਨਾ ਕਿਸ ਥਾਂ 'ਤੇ ਬਣਾਉਣਾ ਹੈ, ਉਸ ਦਾ ਆਕਾਰ ਕਿੰਨਾ ਹੋਣਾ ਚਾਹੀਦਾ ਹੈ, ਆਦਿ। ਸਿਲਾਈ ਨਿਰਦੇਸ਼। ਇਸ ਵਿੱਚ ਉਤਪਾਦ 'ਤੇ ਕੀਤੀ ਜਾਣ ਵਾਲੀ ਸਿਲਾਈ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ, ਜਿਵੇਂ ਕਿ ਉਤਪਾਦ ਦੇ ਕਿਸ ਹਿੱਸੇ 'ਤੇ ਕਿਸ ਪ੍ਰਕਾਰ ਦੀ ਸਿਲਾਈ ਕਰਨੀ ਹੈ, ਸਿਲਾਈ ਲਈ ਕਿਸ ਪ੍ਰਕਾਰ ਦੇ ਸਟਿਚ ਅਤੇ ਧਾਗੇ ਦੀ ਵਰਤੋਂ ਕੀਤੀ ਜਾਵੇ। ਧੋਣ ਲਈ ਨਿਰਦੇਸ਼। ਇਸ ਵਿੱਚ ਉਤਪਾਦ ਨੂੰ ਧੋਣ ਸੰਬੰਧੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ। ਐਕਸੈਸਰੀ ਨਿਰਦੇਸ਼।
ਇਸ ਵਿੱਚ ਉਤਪਾਦ 'ਤੇ ਲੋੜੀਂਦੇ ਸਜਾਵਟੀ ਸਮਾਨ ਜਿਵੇਂ ਕਿ ਜਿਪ, ਬਟਨ, ਪੈਚ, ਜੇਬ ਆਦਿ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ। ਉਤਪਾਦ ਨਾਲ ਸੰਬੰਧਿਤ ਟਿੱਪਣੀਆਂ। ਇਸ ਵਿੱਚ ਉਤਪਾਦ ਨਾਲ ਸੰਬੰਧਿਤ ਟਿੱਪਣੀ ਆਦਿ ਦਿੱਤੀ ਹੁੰਦੀ ਹੈ। ਇਸ ਨੂੰ ਗਾਰਮੈਂਟ ਸਪੈਸ਼ਲ ਸ਼ੀਟ, ਗਾਰਮੈਂਟ ਸਪੈਕ ਸ਼ੀਟ, ਟੈਕਨੀਕਲ ਪੈਕ ਸ਼ੀਟ, ਕੱਪੜਾ ਨਿਰਮਾਣ ਸ਼ੀਟ, ਨਿਰਧਾਰਨ ਸ਼ੀਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਪੈਸੀਫਿਕੇਸ਼ਨ ਸ਼ੀਟ ਦੀ ਸਮੱਗਰੀ ਦਾ ਵੇਰਵਾ। ਸਪੈਸੀਫਿਕੇਸ਼ਨ ਸ਼ੀਟ ਦੀ ਸਮੱਗਰੀ ਤੋਂ ਭਾਵ ਉਸ ਸਮੱਗਰੀ ਤੋਂ ਹੈ ਜਿਹੜਾ ਸੈਂਪਲ ਜਾਂ ਉਤਪਾਦ ਨੂੰ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਕੱਪੜਾ, ਸਿਲਾਈ, ਟਾਂਕਾ, ਰੰਗ, ਐਕਸੈਸਰੀ, ਜਿਪ, ਜੇਬਾਂ, ਪਾਕਟ, ਕਢਾਈ, ਕੱਟ ਵਰਕ, ਪੈਚ ਆਦਿ। ਨੰਬਰ 1 ਕੱਪੜਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਫੈਬਰਿਕ ਭਾਵ ਕੱਪੜੇ ਬਾਰੇ। ਗਾਰਮੈਂਟ ਇੰਡਸਟਰੀ ਵਿੱਚ ਫੈਬਰਿਕ ਦੀ ਵਰਤੋਂ ਬਾਰੇ ਹਰ ਕੋਈ ਜਾਣਦਾ ਹੈ, ਪਰ ਅੱਜ ਅਸੀਂ ਉਸ ਕੱਪੜੇ ਬਾਰੇ ਗੱਲ ਕਰਾਂਗੇ ਜੋ ਗਾਰਮੈਂਟ ਇੰਡਸਟਰੀ ਵਿੱਚ ਅਤੇ ਫੈਸ਼ਨ ਹੱਬ ਵਿੱਚ ਵਰਤਿਆ ਜਾਂਦਾ ਹੈ। ਬਾਜ਼ਾਰਾਂ ਵਿੱਚ ਮਿਲਣ ਵਾਲੇ ਕੱਪੜਿਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ। ਨੰਬਰ 1 ਸਿਲਕ। ਸਿਲਕ ਨਾਂ ਤੋਂ ਹੀ ਲਗਜ਼ਰੀ ਦੌਲਤ ਨਾਲ ਜੁੜਿਆ ਹੋਇਆ ਹੈ। ਸਿਲਕ ਦੇ ਕੱਪੜੇ ਦੀ ਵਰਤੋਂ ਸਕਰਟ, ਡਰੈਸ, ਬਲਾਊਜ਼, ਸਾੜੀ, ਪਜਾਮਾ ਆਦਿ ਬਣਾਉਣ ਲਈ ਹੁੰਦੀ ਹੈ। ਸਿਲਕ ਦਾ ਕੱਪੜਾ ਬਾਜ਼ਾਰ ਵਿੱਚ ਮੌਜੂਦ ਸਭ ਕੱਪੜਿਆਂ ਨਾਲੋਂ ਜ਼ਿਆਦਾ ਆਰਾਮਦਾਇਕ ਅਤੇ ਸ਼ਾਨਦਾਰ ਮੰਨਿਆ ਜਾਂਦਾ ਹੈ। ਇਹ ਨਰਮ, ਮੁਲਾਇਮ ਅਤੇ ਮਜ਼ਬੂਤ ਹੁੰਦਾ ਹੈ। ਇਸ ਨੂੰ ਫਾੜਨ ਉੱਪਰ ਤੇਜ਼ ਆਵਾਜ਼ ਆਉਂਦੀ ਹੈ। ਇਸ ਨੂੰ ਜਲਾਉਣ 'ਤੇ ਨੀਲੇ ਰੰਗ ਦੀ ਲਾਟ ਅਤੇ ਜਾਨਵਰਾਂ ਦੇ ਵਾਲਾਂ ਦੇ ਜਲਣ ਵਰਗੀ ਬਦਬੂ ਆਉਂਦੀ ਹੈ। ਜਲਣ ਸਮੇਂ ਛੋਟੇ ਛੋਟੇ ਚਮਕਦਾਰ ਦਾਣੇ ਨਜ਼ਰ ਆਉਂਦੇ ਹਨ। ਅੱਗੇ ਹੈ ਸਾਟਿਨ। ਸਾਟਿਨ ਡਿਜ਼ਾਈਨਰਾਂ ਦੁਆਰਾ ਦੂਸਰੇ ਨੰਬਰ 'ਤੇ ਪਸੰਦੀਦਾ ਕੱਪੜਾ ਹੈ। ਇਹ ਸਿਲਕ ਨਾਲੋਂ ਜ਼ਿਆਦਾ ਚਮਕਦਾਰ ਹੁੰਦਾ ਹੈ ਅਤੇ ਪੁੱਠੀ ਸਾਈਡ 'ਤੇ ਰਫ ਸਤਹ ਵਾਲਾ ਹੁੰਦਾ ਹੈ। ਸਾਟਿਨ ਜੁੱਤੀਆਂ ਦੇ ਕਾਰੋਬਾਰ ਵਿੱਚ ਇੱਕ ਬਹੁਤ ਮਹੱਤਵਪੂਰਨ ਸਮੱਗਰੀ ਬਣ ਗਿਆ ਹੈ। ਨੋਵੈਸਟ ਵਰਗੇ ਪ੍ਰਸਿੱਧ ਡਿਜ਼ਾਈਨਰਾਂ ਨੇ ਇਸ ਦੀ ਵਰਤੋਂ ਬਹੁਤ ਹੀ ਸੁੰਦਰ ਅਤੇ ਵੱਖ-ਵੱਖ ਡਿਜ਼ਾਈਨ ਦੇ ਜੁੱਤੇ ਬਣਾਉਣ ਲਈ ਕੀਤੀ ਹੈ। ਕਰੇਪ। ਇਹ ਕਾਫੀ ਪਤਲਾ ਕੱਪੜਾ ਹੁੰਦਾ ਹੈ। ਇਹ ਵਜ਼ਨ ਵਿੱਚ ਭਾਰਾ ਹੁੰਦਾ ਹੈ। ਇਸ ਦਾ ਅਰਜ਼ 70 ਸੈਂਟੀਮੀਟਰ ਤੋਂ 90 ਸੈਂਟੀਮੀਟਰ ਤੱਕ ਹੁੰਦਾ ਹੈ। ਇਹ ਪਲੇਨ ਅਤੇ ਪ੍ਰਿੰਟ ਦੋਵਾਂ ਵਿੱਚ ਮੌਜੂਦ ਹੁੰਦਾ ਹੈ। ਲਿਨਨ। ਇਹ ਮਜ਼ਬੂਤ ਅਤੇ ਟਿਕਾਊ ਹੁੰਦਾ ਹੈ। ਇਹ ਪਾਣੀ ਸੋਖਣ ਵਿੱਚ ਸਮਰੱਥ ਹੁੰਦਾ ਹੈ, ਪਰ ਧੋਣ ਤੋਂ ਬਾਅਦ ਇਸ ਦਾ ਰੰਗ ਥੋੜ੍ਹਾ ਫਿੱਕਾ ਹੋ ਜਾਂਦਾ ਹੈ। ਇਸ ਵਿੱਚ ਵੱਟ ਜਲਦੀ ਪੈਂਦੇ ਹਨ। ਇਸ ਦੀ ਰੰਗਾਈ ਵਿੱਚ ਮੁਸ਼ਕਿਲ ਆਉਂਦੀ ਹੈ। ਇਹ ਕੱਪੜਾ ਫਲੈਕਸ ਦੇ ਪੌਦੇ ਤੋਂ ਤਿਆਰ ਹੁੰਦਾ ਹੈ। ਉੱਨ। ਇਹ ਛੂਹ ਵਿੱਚ ਨਰਮ, ਮਜ਼ਬੂਤ ਅਤੇ ਗਰਮ ਹੁੰਦਾ ਹੈ। ਇਸ ਦੀ ਵਰਤੋਂ ਕੋਟ, ਜੁਰਾਬਾਂ, ਗਰਮ ਟੋਪੀਆਂ ਅਤੇ ਸਰਦੀਆਂ ਦੇ ਕੱਪੜੇ ਬਣਾਉਣ ਲਈ ਕੀਤੀ ਜਾਂਦੀ ਹੈ। ਚਮੜਾ। ਇਸ ਦੀ ਵਰਤੋਂ ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣ ਲਈ ਬਣਾਏ ਜਾਣ ਵਾਲੇ ਕੱਪੜੇ ਜਿਵੇਂ ਕਿ ਕੋਟ, ਜੈਕਟ, ਦਸਤਾਨੇ ਆਦਿ ਲਈ ਕੀਤੀ ਜਾਂਦੀ ਹੈ। ਇਹ ਬਹੁਤ ਮਜ਼ਬੂਤ ਅਤੇ ਸਟਾਈਲਿਸ਼ ਦਿੱਖ ਵਾਲਾ ਹੁੰਦਾ ਹੈ। ਇਸ ਦੀ ਵਰਤੋਂ ਜੈਕਟ, ਜੁੱਤੀਆਂ, ਬੈਲਟਾਂ, ਬੈਗ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ। ਜਾਰਜਟ। ਇਹ ਕੱਪੜਾ ਬਹੁਤ ਹੀ ਪਤਲਾ ਹੁੰਦਾ ਹੈ। ਇਹ ਸ਼ਿਫੋਨ ਦੇ ਕੱਪੜੇ ਨਾਲੋਂ ਭਾਰਾ ਹੁੰਦਾ ਹੈ। ਇਸ ਦੀ ਵਰਤੋਂ ਫੈਸ਼ਨ ਇੰਡਸਟਰੀ ਵਿੱਚ ਵੱਡੇ ਪੱਧਰ 'ਤੇ ਹੁੰਦੀ ਹੈ। ਇਹ ਕੱਪੜਾ ਬਣਤਰ ਦੇ ਲਿਹਾਜ਼ ਨਾਲ ਦੋ ਤਰ੍ਹਾਂ ਦਾ ਹੁੰਦਾ ਹੈ, ਮੋਟੀ ਜਾਰਜਟ ਅਤੇ ਅਸਲੀ ਸਿਲਕ ਦੀਆਂ ਤਾਰਾਂ ਤੋਂ ਤਿਆਰ ਕੀਤੀ ਅਸਲੀ ਜਾਰਜਟ। ਸ਼ਿਫੋਨ। ਇਹ ਅਸਲੀ ਰੇਸ਼ਮ ਤੋਂ ਤਿਆਰ ਕੱਪੜਾ ਹੁੰਦਾ ਹੈ। ਇਹ ਜਾਰਜਟ ਨਾਲੋਂ ਹਲਕਾ, ਪਤਲਾ ਅਤੇ ਮੁਲਾਇਮ ਹੁੰਦਾ ਹੈ। ਇਸ ਦੀ ਵਰਤੋਂ ਸਾੜੀ, ਟੌਪ, ਫਰਾਕ, ਈਵਨਿੰਗ ਗਾਊਨ ਬਣਾਉਣ ਲਈ ਕੀਤੀ ਜਾਂਦੀ ਹੈ। ਦੁਪੱਟਿਆਂ ਵਿੱਚ ਇਸ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਨਾਈਲੋਨ। ਇਹ ਇੱਕ ਸਿੰਥੈਟਿਕ ਕੱਪੜਾ ਹੁੰਦਾ ਹੈ। ਇਹ ਮਜ਼ਬੂਤ ਅਤੇ ਲਚਕੀਲਾ ਹੁੰਦਾ ਹੈ। ਇਹ ਕੀੜੇ ਮਕੌੜਿਆਂ ਤੋਂ ਸੁਰੱਖਿਅਤ ਹੁੰਦਾ ਹੈ।
ਇਸ ਦੀ ਨਵੀਂ ਕਿਸਮ ਨਾਈਲੋਨ ਕਰੇਪ ਦੇ ਨਾਮ ਨਾਲ ਪ੍ਰਸਿੱਧ ਹੈ। ਇਸ ਦੀ ਡਰੇਪ ਵਧੀਆ ਹੁੰਦੀ ਹੈ। ਪੋਲੀਸਟਰ, ਇਹ ਇੱਕ ਰੇਸ਼ਮੀ ਕੱਪੜਾ ਹੁੰਦਾ ਹੈ। ਇਹ ਮਜ਼ਬੂਤ ਅਤੇ ਵੱਟ ਰਹਿਤ ਹੁੰਦਾ ਹੈ। ਇਹ ਬਨਾਵਟੀ ਕੱਪੜਾ ਹੁੰਦਾ ਹੈ। ਵੈਲਵਟ, ਇਹ ਮਖਮਲੀ ਕੱਪੜਾ ਹੁੰਦਾ ਹੈ। ਇਹ ਮਜ਼ਬੂਤ ਅਤੇ ਵੱਟ ਰਹਿਤ ਹੁੰਦਾ ਹੈ। ਇਹ ਬਹੁਤ ਹੀ ਆਲੀਸ਼ਾਨ ਚਮਕਦਾਰ ਹੁੰਦਾ ਹੈ ਅਤੇ ਇਸ ਨੂੰ ਫੈਸ਼ਨ ਡਿਜ਼ਾਈਨਰਾਂ ਦੁਆਰਾ ਵੱਡੇ ਪੱਧਰ ਉੱਪਰ ਵਰਤਿਆ ਜਾਂਦਾ ਹੈ। ਡੈਨਿਮ, ਇਹ ਮੋਟਾ ਅਤੇ ਪਤਲਾ ਦੋ ਤਰ੍ਹਾਂ ਦਾ ਹੁੰਦਾ ਹੈ। ਇਹ ਕਪਾਹ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਜੀਨਸ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਮਜ਼ਬੂਤ ਅਤੇ ਪਹਿਨਣ ਵਿੱਚ ਆਰਾਮਦਾਇਕ ਹੁੰਦਾ ਹੈ। ਟਾਫਟਾ, ਇਹ ਰੇਸ਼ਮੀ ਕੱਪੜਿਆਂ ਨਾਲੋਂ ਵਧੇਰੇ ਅਕੜਾਅ ਵਾਲਾ ਹੁੰਦਾ ਹੈ। ਇਹ ਜ਼ਿਆਦਾ ਕਰਕੇ ਪਲੇਨ ਸਤਹ ਵਾਲਾ ਹੁੰਦਾ ਹੈ। ਇਸ ਦੀ ਵਰਤੋਂ ਨੈੱਟ ਵਾਲੇ ਕੱਪੜਿਆਂ ਵਿੱਚ ਲਾਈਨਿੰਗ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਬ੍ਰੋਕੇਡ, ਇਹ ਧਾਤ ਦੀਆਂ ਤਾਰਾਂ ਤੋਂ ਤਿਆਰ ਕੀਤਾ ਜਰੀ ਮਿਲਿਆ ਚਮਕਦਾਰ ਕੱਪੜਾ ਹੁੰਦਾ ਹੈ। ਇਸ ਵਿੱਚ ਫੁੱਲ ਅਤੇ ਪੱਤੀਆਂ ਦੇ ਡਿਜ਼ਾਈਨ ਬਣੇ ਹੁੰਦੇ ਹਨ। ਇਸ ਵਿੱਚ ਬੁਣਾਈ ਦੇ ਧਾਗੇ ਕੱਪੜੇ ਦੀ ਉੱਪਰਲੀ ਸਤਹ ਉੱਪਰ ਨਜ਼ਰ ਆਉਂਦੇ ਹਨ। ਲਾਈਕਰਾ, ਇਹ ਟਾਈਟ ਫਿਟਿੰਗ ਕੱਪੜਿਆਂ ਲਈ ਸਭ ਤੋਂ ਪਸੰਦੀਦਾ ਕੱਪੜਾ ਹੈ। ਇਸ ਨੂੰ ਸਪੈਂਡੈਕਸ ਵੀ ਕਿਹਾ ਜਾਂਦਾ ਹੈ। ਇਹ ਵੱਧ ਖਿਚਾਅ ਵਾਲਾ, ਚਮਕਦਾਰ ਅਤੇ ਮਜ਼ਬੂਤ ਹੁੰਦਾ ਹੈ। ਨੈੱਟ ਅਤੇ ਲੈਸ, ਇਹ ਇੱਕ ਪਤਲਾ ਜਾਲੀਦਾਰ ਕੱਪੜਾ ਹੁੰਦਾ ਹੈ। ਇਸ ਵਿੱਚ ਤਾਣੇ ਅਤੇ ਬਾਣੇ ਦੇ ਧਾਗੇ ਸਾਫ਼-ਸਾਫ਼ ਨਜ਼ਰ ਆਉਂਦੇ ਹਨ। ਇਹ ਪਲੇਨ ਅਤੇ ਡਿਜ਼ਾਈਨ ਦੋਵਾਂ ਵਿਨਿਆਸ ਦਾ ਹੁੰਦਾ ਹੈ। ਆਰਗੰਡੀ, ਇਹ ਪਤਲਾ ਅਤੇ ਪਾਰਦਰਸ਼ੀ ਕੱਪੜਾ ਹੁੰਦਾ ਹੈ। ਇਹ ਕੱਪੜਾ ਅਕੜਾਅ ਵਿੱਚ ਹੁੰਦਾ ਹੈ। ਇਹ ਚਿੱਟਾ, ਰੰਗਦਾਰ ਅਤੇ ਪ੍ਰਿੰਟਡ ਹੋ ਸਕਦਾ ਹੈ। ਇਸ ਦਾ ਅਰਜ਼ 90 ਸੈਂਟੀਮੀਟਰ ਤੋਂ 1 ਮੀਟਰ 20 ਸੈਂਟੀਮੀਟਰ ਤੱਕ ਹੁੰਦਾ ਹੈ। ਇਸ ਦੀ ਵਰਤੋਂ ਗਰਮੀਆਂ ਦੇ ਕੱਪੜੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਅੱਗੇ ਹੈ ਸਟਿਚ। ਸਟਿਚ ਧਾਗੇ ਨਾਲ ਬਣੀ ਕਿਸੇ ਇੱਕ ਪੈਟਰਨ ਦੇ ਟਾਂਕਿਆਂ ਦੀ ਲੜੀ ਹੁੰਦੀ ਹੈ। ਇਸ ਵਿੱਚ ਇੰਟਰਲੇਸਿੰਗ, ਇੰਟਰਲੋਪਿੰਗ, ਇੰਟਰਾਲੂਪਿੰਗ ਜਾਂ ਸਿਲਾਈ ਦੌਰਾਨ ਕਿਸੇ ਵੀ ਸੁਮੇਲ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਨੰਬਰ 1, ਇੰਟਰਲੇਸਿੰਗ, ਭਾਵ ਜਦੋਂ ਇੱਕ ਧਾਗੇ ਦਾ ਲੂਪ ਦੂਸਰੇ ਧਾਗੇ ਲੂਪ ਦੇ ਉੱਪਰ ਦੀ ਲੰਘਦਾ ਹੈ ਤਾਂ ਉਸ ਨੂੰ ਇੰਟਰਲੇਸਿੰਗ ਕਿਹਾ ਜਾਂਦਾ ਹੈ। ਇੰਟਰਲੋਪਿੰਗ, ਭਾਵ ਜਦੋਂ ਇੱਕ ਧਾਗੇ ਦਾ ਲੂਪ ਦੂਸਰੇ ਧਾਗੇ ਦੇ ਲੂਪ ਵਿੱਚੋਂ ਲੰਘਦਾ ਹੈ ਤਾਂ ਉਸ ਨੂੰ ਇੰਟਰਲੋਪਿੰਗ ਕਿਹਾ ਜਾਂਦਾ ਹੈ। ਇੰਟਰਾਲੂਪਿੰਗ, ਭਾਵ ਜਦੋਂ ਇੱਕ ਧਾਗੇ ਦਾ ਲੂਪ ਉਸੇ ਧਾਗੇ ਦੇ ਲੂਪ ਵਿੱਚੋਂ ਲੰਘਦਾ ਹੈ ਤਾਂ ਉਸ ਨੂੰ ਇੰਟਰਾਲੂਪਿੰਗ ਕਿਹਾ ਜਾਂਦਾ ਹੈ। ਸਟਿਚ ਕਲਾਸ 100 ਸਿੰਗਲ ਨੀਡਲ ਚੇਨ ਸਟਿਚ। ਸਿੰਗਲ ਥ੍ਰੈਡ ਚੇਨ ਸਟਿਚ ਇੰਟਰਾਲੂਪਿੰਗ ਤਕਨੀਕ ਦੁਆਰਾ ਤਿਆਰ ਕੀਤੀ ਜਾਂਦੀ ਹੈ। ਇਸ ਸਟਿਚ ਵਿੱਚ ਧਾਗੇ ਦਾ ਸਿਰਫ ਇੱਕ ਹੀ ਕੰਪੋਨੈਂਟ ਵਰਤਿਆ ਜਾਂਦਾ ਹੈ, ਜਿਹੜਾ ਸੂਈ ਦਾ ਧਾਗਾ ਹੁੰਦਾ ਹੈ। ਇਸ ਸਟਿਚ ਵਿੱਚ ਕੋਈ ਹੇਠਲਾ ਧਾਗਾ ਨਹੀਂ ਹੁੰਦਾ ਅਤੇ ਹਰ ਲੂਪ ਇੱਕੋ ਧਾਗੇ ਨਾਲ ਜੁੜਿਆ ਹੁੰਦਾ ਹੈ। ਸੂਈ ਦੇ ਧਾਗਾ ਕੱਪੜੇ ਵਿੱਚ ਜਾਂਦਾ ਹੈ ਅਤੇ ਲੂਪ ਬਣਾਉਂਦਾ ਹੈ। ਇਸ ਲੂਪ ਨੂੰ ਉਸੇ ਧਾਗੇ ਨਾਲ ਅਗਲਾ ਬਣਿਆ ਲੂਪ ਸੁਰੱਖਿਅਤ ਕਰਦਾ ਹੈ। ਇਸ ਦੀਆਂ 3 ਟਾਈਪ ਹੁੰਦੀਆਂ ਹਨ: 101, 103 ਅਤੇ 105। ਸਟਿਚ ਕਲਾਸ 200 ਹੈਂਡ ਸਟਿਚ। ਇਹ ਸਟਿਚ ਇੱਕ ਖਾਸ ਪ੍ਰਕਾਰ ਦਾ ਸਟਿਚ ਹੁੰਦਾ ਹੈ, ਜਿਹੜਾ ਹੱਥ ਵਾਲੇ ਸਟਿਚ ਦੀ ਤਰ੍ਹਾਂ ਹੀ ਹੁੰਦਾ ਹੈ, ਪਰ ਇਹ ਸਟਿਚ ਮਸ਼ੀਨ ਨਾਲ ਬਣਦਾ ਹੈ। ਇਸ ਸਟਿਚ ਵਿੱਚ ਟਾਂਕਾ ਬਣਾਉਣ ਲਈ ਕੇਵਲ ਸੂਈ ਦਾ ਧਾਗਾ ਹੀ ਚੱਲਦਾ ਹੈ, ਜਿਹੜਾ ਇੱਕ ਪਾਸੇ ਤੋਂ ਕੱਪੜੇ ਅੰਦਰ ਜਾ ਕੇ ਦੂਸਰੇ ਪਾਸਿਓਂ ਬਾਹਰ ਆ ਜਾਂਦਾ ਹੈ। ਸਟਿਚ ਕਲਾਸ 300 ਲੌਕ ਸਟਿਚ। ਇਹ ਸਟਿਚ ਵਿੱਚ ਇੰਟਰਲੇਸਿੰਗ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਟਿਚ ਵਿੱਚ ਸਟਿਚ ਬਣਾਉਣ ਲਈ ਧਾਗੇ ਦੇ 2 ਕੰਪੋਨੈਂਟ ਦੀ ਵਰਤੋਂ ਹੁੰਦੀ ਹੈ, ਜਿਨ੍ਹਾਂ ਵਿੱਚ ਇੱਕ ਧਾਗਾ ਸੂਈ ਦਾ ਅਤੇ ਇੱਕ ਧਾਗਾ ਬੋਬਿਨ ਦਾ ਹੁੰਦਾ ਹੈ। ਸੂਈ ਦੇ ਧਾਗੇ ਤੋਂ ਲੂਪ ਕੱਪੜੇ ਅੰਦਰ ਜਾਂਦਾ ਹੈ ਅਤੇ ਬੋਬਿਨ ਵਾਲੇ ਧਾਗੇ ਨਾਲ ਇੰਟਰਲੇਸ ਹੋ ਜਾਂਦਾ ਹੈ।
ਇਸ ਸਟਿਚ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ, ਜਿਵੇਂ ਕਿ 301, 304, 306, 313। ਸਟਿਚ ਕਲਾਸ 400 ਮਲਟੀ ਥ੍ਰੈਡ ਚੇਨ ਸਟਿਚ। ਇਹ ਇੱਕ ਡਬਲ ਲੋਕ ਵਾਲੀ ਸਟਿਚ ਹੈ। ਇਸ ਸਟਿਚ ਵਿੱਚ ਇੰਟਰਲੇਸਿੰਗ ਅਤੇ ਇੰਟਰਲੋਪਿੰਗ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਟਿਚ ਵਿੱਚ ਸਟਿਚ ਬਣਾਉਣ ਲਈ ਧਾਗੇ ਦੇ 2 ਕੰਪੋਨੈਂਟ ਵਰਤੇ ਜਾਂਦੇ ਹਨ। ਇਹਨਾਂ ਵਿੱਚ ਇੱਕ ਧਾਗਾ ਸੂਈ ਦਾ ਅਤੇ ਇੱਕ ਧਾਗਾ ਲੂਪਰ ਦਾ ਹੁੰਦਾ ਹੈ। ਸੂਈ ਵਾਲੇ ਧਾਗੇ ਦਾ ਲੂਪ ਕੱਪੜੇ ਵਿੱਚ ਜਾਂਦਾ ਹੈ ਅਤੇ ਲੂਪਰ ਦੇ ਧਾਗੇ ਨਾਲ ਇੰਟਰਲੇਸ ਅਤੇ ਇੰਟਰਲੋਪ ਦੁਆਰਾ ਸੁਰੱਖਿਅਤ ਹੋ ਜਾਂਦਾ ਹੈ। ਇਸ ਸਟਿਚ ਦੀਆਂ ਕਿਸਮਾਂ 401 ਚੇਨ ਸਟਿਚ, 402 ਡਬਲ ਨੀਡਲ ਚੇਨ ਸਟਿਚ, 406 ਕਵਰ ਸਟਿਚ। ਸਟਿਚ ਕਲਾਸ 500 ਓਵਰ ਐਜ ਸਟਿਚ। ਇਸ ਸਟਿਚ ਦੀ ਵਰਤੋਂ ਕੱਪੜੇ ਦੇ ਕਿਨਾਰੇ 'ਤੇ ਕੀਤੀ ਜਾਂਦੀ ਹੈ। ਇਸ ਵਿੱਚ ਸਟਿਚ ਬਣਾਉਣ ਲਈ ਸੂਈ ਅਤੇ ਲੂਪਰ ਦਾ ਧਾਗਾ ਚੱਲਦਾ ਹੈ। ਇਸ ਨੂੰ ਓਵਰਲੈਪ ਸਟਿਚ ਵੀ ਕਿਹਾ ਜਾਂਦਾ ਹੈ। ਇਸ ਸਟਿਚ ਦੀ ਲੰਬਾਈ 3 ਤੋਂ 5 ਮਿਲੀਮੀਟਰ ਤੱਕ ਹੁੰਦੀ ਹੈ। ਇਸ ਸਟਿਚ ਨਾਲ ਕੀਤੀ ਜਾਣ ਵਾਲੀ ਸਿਲਾਈ ਨੂੰ ਸਜਾਵਟੀ ਕੰਮ ਲਈ ਵੀ ਵਰਤਿਆ ਜਾਂਦਾ ਹੈ। 503 ਓਵਰ ਐਜ। ਇਸ ਸਟਿਚ ਵਿੱਚ ਇੱਕ ਧਾਗਾ ਸੂਈ ਦਾ ਅਤੇ ਇੱਕ ਧਾਗਾ ਲੂਪਰ ਦਾ ਹੁੰਦਾ ਹੈ। ਸਟਿਚ ਕਲਾਸ 600 ਕਵਰ ਚੇਨ ਸਟਿਚ। ਇਸ ਸਟਿਚ ਵਿੱਚ ਸਟਿਚ ਬਣਾਉਣ ਲਈ ਧਾਗੇ ਦੇ 3 ਕੰਪੋਨੈਂਟ ਸੂਈ, ਲੂਪਰ ਅਤੇ ਸਪਰੈਡ ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾਂ ਕੰਪੋਨੈਂਟ ਨੂੰ ਸੂਈ ਦਾ ਧਾਗਾ, ਦੂਜੇ ਕੰਪੋਨੈਂਟ ਨੂੰ ਚੋਟੀ ਦਾ ਕਵਰ ਧਾਗਾ ਅਤੇ ਤੀਸਰੇ ਕੰਪੋਨੈਂਟ ਨੂੰ ਹੇਠਲਾ ਕਵਰ ਧਾਗਾ ਕਿਹਾ ਜਾਂਦਾ ਹੈ। ਇਹ ਸਟਿਚ ਬਹੁਤ ਜ਼ਿਆਦਾ ਗੁੰਝਲਦਾਰ ਹੁੰਦੀ ਹੈ। ਇਸ ਦੀ ਵਰਤੋਂ ਅੰਡਰਗਾਰਮੈਂਟ ਤੇ ਬ੍ਰੇਡ ਇਲਾਸਟਿਕ ਦੀ ਸਿਲਾਈ ਲਈ ਕੀਤੀ ਜਾਂਦੀ ਹੈ। 602 ਕਵਰ ਚੇਨ ਸਟਿਚ। ਇਸ ਸਟਿਚ ਵਿੱਚ 2 ਸੂਈ ਦੇ ਧਾਗੇ, ਇੱਕ ਸਪਰੈਡਰ ਦਾ ਧਾਗਾ ਅਤੇ ਇੱਕ ਲੂਪਰ ਦਾ ਧਾਗਾ ਹੁੰਦਾ ਹੈ। ਅੱਗੇ ਹੈ ਸੀਮ। ਸੀਮ ਭਾਵ ਸਿਲਾਈ। ਸੀਮ ਸਟਿਚ ਦੀ ਲੜੀ ਹੁੰਦੀ ਹੈ। ਇਸ ਦੀ ਵਰਤੋਂ ਕੱਪੜੇ, ਚਮੜੇ ਜਾਂ ਕਿਸੇ ਹੋਰ ਚੀਜ਼ ਦੀਆਂ 2 ਜਾਂ 2 ਤੋਂ ਵੱਧ ਪਰਤਾਂ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਹੈ। ਸੀਮ ਕਲਾਸ 1 ਸੁਪਰ ਇੰਪੋਜ਼ ਸੀਮ। ਇਹ ਸੀਮ ਸਭ ਤੋਂ ਆਮ ਕਿਸਮ ਦੀ ਸੀਮ ਹੈ। ਇਸ ਦੀ ਵਰਤੋਂ ਹਰ ਪ੍ਰਕਾਰ ਦੇ ਕੱਪੜੇ ਦੇ ਟੁਕੜਿਆਂ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਹੈ। ਇਸ ਵਿੱਚ ਕੱਪੜੇ ਦੇ 2 ਟੁਕੜਿਆਂ ਦੀ ਕਿਨਾਰੀ ਸਮਾਂਤਰ ਰੱਖ ਕੇ ਸਿਲਾਈ ਲਗਾਈ ਜਾਂਦੀ ਹੈ। ਸੀਮ ਕਲਾਸ 2 ਲੈਪਡ ਸੀਮ। ਲੈਪਡ ਸੀਮ ਦੀ ਵਰਤੋਂ ਭਾਰੀ ਲਈ ਕੀਤੀ ਜਾਂਦੀ ਹੈ। ਇਹ ਸੀਮ ਕੱਪੜਿਆਂ ਦੇ ਭਾਰ ਨੂੰ ਘਟਾਉਣ ਲਈ ਸਭ ਤੋਂ ਵਧੀਆ ਤਰੀਕਾ ਹੈ। ਇਸ ਦੀ ਵਰਤੋਂ ਉਹਨਾਂ ਕੱਪੜਿਆਂ 'ਤੇ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਉਧੇੜੀ ਦਾ ਡਰ ਨਹੀਂ ਹੁੰਦਾ। ਲੈਪਡ ਸੀਮ ਵਿੱਚ ਕੱਪੜੇ ਦੇ ਇੱਕ ਟੁਕੜੇ ਦੀ ਕਿਨਾਰੀ ਨੂੰ ਦੂਸਰੇ ਟੁਕੜੇ ਦੀ ਕਿਨਾਰੀ ਨਾਲ ਓਵਰਲੈਪ ਕਰਕੇ ਸਿਲਾਈ ਲਗਾਈ ਜਾਂਦੀ ਹੈ। ਸੀਮ ਕਲਾਸ 3 ਬਾਉਂਡ ਸੀਮ। ਬਾਉਂਡ ਸੀਮ ਦੀ ਵਰਤੋਂ ਕੱਪੜੇ ਦੇ ਕਿਨਾਰੇ ਨੂੰ ਛਪਾਉਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਕੱਪੜੇ ਦੀ ਕਿਨਾਰੀ ਨੂੰ ਕਿਸੇ ਪੱਟੀ, ਰੀਬਨ, ਪਾਈਪਿੰਗ ਦੇ ਅੰਦਰ ਰੱਖ ਕੇ ਸਿਲਾਈ ਲਗਾਈ ਜਾਂਦੀ ਹੈ। ਇਸ ਸੀਮ ਦੀ ਵਰਤੋਂ ਆਮ ਤੌਰ 'ਤੇ ਕੱਪੜਿਆਂ ਦੇ ਨੈਕ ਲਾਈਨ ਲਈ ਕੀਤੀ ਜਾਂਦੀ ਹੈ। ਸੀਮ ਕਲਾਸ 4 ਫਲੈਟ ਸੀਮ ਐਂਡ ਫੈਲ ਸੀਮ। ਫਲੈਟ ਅਤੇ ਫੈਲ ਸੀਮ ਦੀ ਵਰਤੋਂ ਕੱਪੜੇ ਦੇ 2 ਟੁਕੜਿਆਂ ਨੂੰ ਆਪਸ ਵਿੱਚ ਜੋੜਨ ਦੇ ਨਾਲ-ਨਾਲ ਕੱਪੜੇ ਦੀ ਕਿਨਾਰਿਆਂ ਨੂੰ ਲੁਕਾਉਣ ਅਤੇ ਧਾਗੇ ਨਿਕਲਣ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ। ਇਹ ਇੱਕ ਦੋਹਰੀ ਸਿਲਾਈ ਵਾਲੀ ਸੀਮ ਹੁੰਦੀ ਹੈ। ਇਸ ਵਿੱਚ ਪਹਿਲਾਂ ਕੱਪੜੇ ਦੀ 2 ਟੁਕੜਿਆਂ ਦੀ ਕਿਨਾਰੀ ਸਮਾਂਤਰ ਰੱਖ ਕੇ ਸਿਲਾਈ ਲਗਾਈ ਜਾਂਦੀ ਹੈ। ਫਿਰ ਦੋਵਾਂ ਵਿੱਚੋਂ ਇੱਕ ਟੁਕੜੇ ਦੀ ਕਿਨਾਰੀ ਦਾ ਸਿਲਾਈ ਹੱਕ ਛੱਡ ਕੇ ਵਾਧੂ ਕੱਪੜੇ ਦੀ ਟ੍ਰਿਮਿੰਗ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਉਸ ਟੁਕੜੇ ਦੀ ਕਿਨਾਰੀ ਨੂੰ ਦੂਸਰੇ ਟੁਕੜੇ ਦੀ ਕਿਨਾਰੀ ਅੰਦਰ ਰੱਖ ਕੇ ਸਿਲਾਈ ਲਗਾਈ ਜਾਂਦੀ ਹੈ। ਅੱਗੇ ਹੈ ਰੰਗ, ਕਲਰ। ਅਪੈਰਲ ਇੰਡਸਟਰੀ ਵਿੱਚ ਸਹੀ ਰੰਗਾਂ ਦੀ ਵਰਤੋਂ ਅਤੇ ਕਲਰ ਮੈਚਿੰਗ ਬਹੁਤ ਮਹੱਤਵ ਰੱਖਦੀ ਹੈ। ਕਲਰ ਮੈਚਿੰਗ ਲਈ ਰੰਗ ਚੱਕਰ, ਉਸ ਦੇ ਰੰਗਾਂ ਅਤੇ ਉਹਨਾਂ ਦੀ ਹਿਊ, ਟਿੰਟ, ਟੋਨ ਅਤੇ ਸ਼ੇਡ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ।
ਰੰਗ ਚੱਕਰ ਕਲਰ ਵੀਲ। ਰੰਗ ਚੱਕਰ ਵੱਖੋ ਵੱਖਰੇ ਰੰਗਾਂ ਦਾ ਇੱਕ ਚੱਕਰ ਹੁੰਦਾ ਹੈ ਜਿਹੜਾ ਪ੍ਰਾਇਮਰੀ ਰੰਗ, ਸੈਕੰਡਰੀ ਰੰਗ ਅਤੇ ਮੱਧਵਰਤੀ ਰੰਗਾਂ ਦੇ ਆਪਸੀ ਰਿਸ਼ਤੇ ਨੂੰ ਦਰਸਾਉਂਦਾ ਹੈ। ਨੰਬਰ 1 ਪ੍ਰਾਇਮਰੀ ਰੰਗ। ਪ੍ਰਾਇਮਰੀ ਰੰਗ ਉਹਨਾਂ ਰੰਗਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਮਿਲਾ ਕੇ ਦੂਜੇ ਰੰਗ ਬਣਾਏ ਜਾਂਦੇ ਹਨ। ਇਹਨਾਂ ਨੂੰ ਪਹਿਲੇ ਦਰਜੇ ਦੇ ਰੰਗ ਜਾਂ ਪ੍ਰਧਾਨ ਰੰਗ ਵੀ ਕਿਹਾ ਜਾਂਦਾ ਹੈ, ਜਿਵੇਂ ਕਿ ਲਾਲ, ਪੀਲਾ ਅਤੇ ਨੀਲਾ। ਨੰਬਰ 2 ਸੈਕੰਡਰੀ ਰੰਗ। ਸੈਕੰਡਰੀ ਰੰਗ ਉਹਨਾਂ ਰੰਗਾਂ ਨੂੰ ਕਿਹਾ ਜਾਂਦਾ ਹੈ ਜਿਹੜੇ 2 ਜਾਂ 2 ਤੋਂ ਵੱਧ ਪ੍ਰਾਇਮਰੀ ਰੰਗਾਂ ਨੂੰ ਮਿਲਾ ਕੇ ਬਣਾਏ ਜਾਂਦੇ ਹਨ, ਜਿਵੇਂ ਕਿ 2 ਪ੍ਰਾਇਮਰੀ ਰੰਗ ਲਾਲ ਅਤੇ ਪੀਲੇ ਨੂੰ ਮਿਲਾ ਕੇ ਸੰਤਰੀ ਰੰਗ ਬਣਦਾ ਹੈ। ਇਹਨਾਂ ਨੂੰ ਦੂਜੇ ਦਰਜੇ ਦੇ ਰੰਗ ਜਾਂ ਅਪ੍ਰਧਾਨ ਰੰਗ ਵੀ ਕਿਹਾ ਜਾਂਦਾ ਹੈ। ਨੰਬਰ 3 ਮੱਧਵਰਤੀ ਰੰਗ। ਮੱਧਵਰਤੀ ਰੰਗ ਉਹਨਾਂ ਰੰਗਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਇੱਕ ਪ੍ਰਾਇਮਰੀ ਰੰਗ ਅਤੇ ਇੱਕ ਸੈਕੰਡਰੀ ਰੰਗ ਨੂੰ ਮਿਲਾ ਕੇ ਬਣਾਏ ਜਾਂਦੇ ਹਨ, ਜਿਵੇਂ ਕਿ ਪ੍ਰਾਇਮਰੀ ਰੰਗ ਲਾਲ ਅਤੇ ਸੈਕੰਡਰੀ ਰੰਗ ਸੰਤਰੀ ਨੂੰ ਮਿਲਾ ਕੇ ਲਾਲ ਸੰਤਰੀ ਰੰਗ ਬਣਦਾ ਹੈ। ਇਹਨਾਂ ਨੂੰ ਟਰਸ਼ਰੀ ਰੰਗ ਜਾਂ ਤੀਜੇ ਦਰਜੇ ਦੇ ਰੰਗ ਵੀ ਕਿਹਾ ਜਾਂਦਾ ਹੈ। ਰੰਗ ਯੋਜਨਾ ਕਲਰ ਸਕੀਮ। ਰੰਗ ਯੋਜਨਾ ਭਾਵ ਰੰਗਾਂ ਦੀ ਵਿਉਂਤਬੱਧ ਤਰੀਕੇ ਨਾਲ ਵਰਤੋਂ। ਇਸ ਨੂੰ ਕਲਰ ਮੈਚਿੰਗ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ। ਅਪੈਰਲ ਇੰਡਸਟਰੀ ਵਿੱਚ ਇਸ ਨੂੰ ਮੁੱਖ ਰੱਖਦੇ ਹੋਏ ਹੀ ਕੱਪੜੇ ਤਿਆਰ ਕੀਤੇ ਜਾਂਦੇ ਹਨ। ਨੰਬਰ 1 ਸੰਬੰਧਿਤ ਰੰਗ ਯੋਜਨਾ। ਸੰਬੰਧਿਤ ਰੰਗ ਯੋਜਨਾ ਵਿੱਚ ਰੰਗ ਚੱਕਰ ਦੇ ਇੱਕ ਦੂਸਰੇ ਨਾਲ ਸੰਬੰਧਿਤ ਰੰਗ ਸ਼ਾਮਿਲ ਹੁੰਦੇ ਹਨ। ਸੰਬੰਧਿਤ ਰੰਗ ਯੋਜਨਾ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਰੰਗੀ ਸੰਬੰਧਿਤ ਰੰਗ ਯੋਜਨਾ ਅਤੇ ਸਮਾਨ ਰੂਪੀ ਸੰਬੰਧਿਤ ਰੰਗ ਯੋਜਨਾ। ਨੰਬਰ 2 ਵਿਭਿੰਨ ਰੰਗ ਯੋਜਨਾ। ਵਿਭਿੰਨ ਰੰਗ ਯੋਜਨਾ ਵਿੱਚ ਰੰਗ ਚੱਕਰ ਦੇ ਇੱਕ ਦੂਸਰੇ ਦੇ ਸਨਮੁਖ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਹੇਠ ਲਿਖੇ ਕਿਸਮ ਦੇ ਹੁੰਦੇ ਹਨ: ਇੱਕ ਰੰਗੀ ਵਿਭਿੰਨ ਰੰਗ ਯੋਜਨਾ, ਦੋਹਰੀ ਵਿਭਿੰਨ ਰੰਗ ਯੋਜਨਾ, ਖੰਡਿਤ ਵਿਭਿੰਨ ਰੰਗ ਯੋਜਨਾ, ਸਮਾਨ ਰੂਪੀ ਵਿਭਿੰਨ ਰੰਗ ਯੋਜਨਾ। ਹਿਊ ਇਹ ਇੱਕ ਸ਼ੁੱਧ ਰੰਗ ਹੁੰਦਾ ਹੈ। ਇਹ ਨਾ ਤਾਂ ਹਲਕਾ ਹੁੰਦਾ ਹੈ ਨਾ ਹੀ ਗੂੜ੍ਹਾ। ਟਿੰਟ ਜਦੋਂ ਕਿਸੇ ਹਿਊ ਵਿੱਚ ਚਿੱਟਾ ਰੰਗ ਮਿਲਾਇਆ ਜਾਂਦਾ ਹੈ ਤਾਂ ਉਸ ਨੂੰ ਟਿੰਟ ਕਿਹਾ ਜਾਂਦਾ ਹੈ। ਟੋਨ ਜਦੋਂ ਕਿਸੇ ਹਿਊ ਵਿੱਚ ਸਲੇਟੀ ਰੰਗ ਮਿਲਾਇਆ ਜਾਂਦਾ ਹੈ ਤਾਂ ਉਸ ਨੂੰ ਟੋਨ ਕਿਹਾ ਜਾਂਦਾ ਹੈ। ਸ਼ੇਡ ਜਦੋਂ ਕਿਸੇ ਹਿਊ ਵਿੱਚ ਕਾਲਾ ਰੰਗ ਮਿਲਾਇਆ ਜਾਂਦਾ ਹੈ ਤਾਂ ਉਸ ਨੂੰ ਸ਼ੇਡ ਕਿਹਾ ਜਾਂਦਾ ਹੈ। ਅੱਗੇ ਹੈ ਸਜਾਵਟੀ ਸਮਾਨ ਅਸੈਸਰੀ। ਅਪੈਰਲ ਇੰਡਸਟਰੀ ਵਿੱਚ ਸਜਾਵਟੀ ਸਮਾਨ ਤੋਂ ਭਾਵ ਕੱਪੜੇ 'ਤੇ ਵਰਤੇ ਜਾਣ ਵਾਲੇ ਜਿਪ, ਬਟਨ, ਪੈਚ, ਪੈਕੇਟ ਆਦਿ ਤੋਂ ਹੈ। ਇਹਨਾਂ ਬਾਰੇ ਜਾਣਕਾਰੀ ਇਸ ਪ੍ਰਕਾਰ ਹੈ। ਨੰਬਰ 1 ਜਿੱਪਰ। ਅਪੈਰਲ ਇੰਡਸਟਰੀ ਵਿੱਚ ਜਿੱਪਰ ਨੂੰ ਇੱਕ ਸਜਾਵਟੀ ਸਮਾਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਦੀ ਵਰਤੋਂ ਅਸਥਾਈ ਤੌਰ 'ਤੇ ਕੱਪੜੇ ਦੀਆਂ 2 ਕਿਨਾਰਿਆਂ ਨੂੰ ਆਪਸ ਵਿੱਚ ਜੋੜਨ ਲਈ ਅਤੇ ਸਜਾਵਟੀ ਐਕਸੈਸਰੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਰੰਗ, ਬਣਤਰ ਅਤੇ ਡਿਜ਼ਾਈਨ ਦੇ ਆਧਾਰ 'ਤੇ ਜਿੱਪਰ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ, ਪਰ ਪਹਿਚਾਣ ਦੇ ਆਧਾਰ 'ਤੇ ਇਸ ਦੀਆਂ 2 ਕਿਸਮਾਂ ਹਨ। ਨੰਬਰ 1 ਦਿਖਾਈ ਦੇਣ ਵਾਲੀ ਜਿੱਪਰ। ਇਹਨਾਂ ਜਿੱਪਰ ਦੀ ਵਰਤੋਂ ਆਦਮੀਆਂ ਦੀਆਂ ਪੈਂਟਾਂ, ਕੋਟ ਆਦਿ 'ਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਆਦਮੀਆਂ ਅਤੇ ਔਰਤਾਂ ਦੇ ਕੱਪੜਿਆਂ 'ਤੇ ਸਜਾਵਟ ਲਈ ਵੀ ਕੀਤੀ ਜਾਂਦੀ ਹੈ। ਨੰਬਰ 2 ਨਾ ਦਿਖਾਈ ਦੇਣ ਵਾਲੀ ਜਿੱਪਰ। ਇਸ ਜਿਪ ਦੀ ਵਰਤੋਂ ਆਮ ਕਰਕੇ ਔਰਤਾਂ ਦੇ ਕੱਪੜਿਆਂ 'ਤੇ ਕੀਤੀ ਜਾਂਦੀ ਹੈ, ਖਾਸ ਕਰ ਉਸ ਸਥਾਨ 'ਤੇ ਜਿੱਥੇ ਸਾਨੂੰ ਟਾਈਟ ਫਿਟਿੰਗ ਦੀ ਲੋੜ ਹੁੰਦੀ ਹੈ। ਨੰਬਰ 2 ਪਾਕੇਟ। ਪਾਕੇਟ ਭਾਵ ਜੇਬ। ਔਰਤਾਂ ਦੇ ਕੱਪੜੇ ਹੋਣ, ਆਦਮੀਆਂ ਦੇ ਕੱਪੜੇ ਹੋਣ ਜਾਂ ਬੱਚਿਆਂ ਦੇ, ਇਸ ਦੀ ਵਰਤੋਂ ਜ਼ਰੂਰਤ ਅਤੇ ਆਪਣੇ ਮਕਸਦ ਦੇ ਹਿਸਾਬ ਨਾਲ ਹਰ ਥਾਂ 'ਤੇ ਕੀਤੀ ਜਾ ਸਕਦੀ ਹੈ। ਇਹਨਾਂ ਦੀਆਂ ਕਿਸਮਾਂ। ਨੰਬਰ 1 ਪੈਚ ਪਾਕੇਟ। ਇਹ ਜੇਬ ਸ਼ਰਟ ਦੇ
ਖੱਬੇ ਪਾਸੇ ਲੱਗੀ ਹੁੰਦੀ ਹੈ ਕਿਉਂਕਿ ਇਹ ਇੱਕ ਪੈਚ ਦੀ ਤਰ੍ਹਾਂ ਹੀ ਸ਼ਰਟ 'ਤੇ ਨਜ਼ਰ ਆਉਂਦੀ ਹੈ। ਇਸ ਕਰਕੇ ਇਸ ਨੂੰ ਪੈਚ ਪਾਕਟ ਦਾ ਨਾਂ ਦਿੱਤਾ ਜਾਂਦਾ ਹੈ। ਇਸ ਦੀ ਲੰਬਾਈ 5.05 ਇੰਚ ਅਤੇ ਚੌੜਾਈ 5.25 ਇੰਚ ਹੁੰਦੀ ਹੈ। ਨੰਬਰ 2, ਸਾਈਡ ਪਾਕਟ। ਇਹ ਜੇਬ ਪੈਂਟ ਦੇ ਸੱਜੇ ਅਤੇ ਖੱਬੇ ਪਾਸੇ ਲੱਗੀ ਹੁੰਦੀ ਹੈ। ਕਈ ਵਾਰ ਇਹ ਸਿਰਫ ਸਾਈਡ 'ਤੇ ਲੱਗੀ ਜਾਂਦੀ ਹੈ। ਇਸ ਦੀ ਲੰਬਾਈ 13 ਇੰਚ ਅਤੇ ਚੌੜਾਈ 6 ਇੰਚ ਤੱਕ ਹੋ ਸਕਦੀ ਹੈ। ਨੰਬਰ 3, ਬੈਲਟ ਪਾਕਟ। ਇਹ ਜੇਬ ਪੈਂਟ ਦੇ ਸੱਜੇ ਪਾਸੇ ਬੈਲਟ ਦੇ ਅੰਦਰ ਲਗਾਈ ਜਾਂਦੀ ਹੈ। ਅੰਦਰ ਲਗਾਉਣ ਕਰਕੇ ਇਹ ਬਾਹਰ ਵਿਖਾਈ ਨਹੀਂ ਦਿੰਦੀ। ਇਸ ਕਰਕੇ ਇਸ ਨੂੰ ਚੋਰ ਜੇਬ ਵੀ ਕਿਹਾ ਜਾਂਦਾ ਹੈ। ਇਸ ਦੀ ਲੰਬਾਈ 4 ਇੰਚ ਅਤੇ ਚੌੜਾਈ 4 ਇੰਚ ਤੱਕ ਹੁੰਦੀ ਹੈ। ਅੱਗੇ ਹੈ ਔਰਨਾਮੈਂਟੇਸ਼ਨ। ਔਰਨਾਮੈਂਟੇਸ਼ਨ ਤੋਂ ਭਾਵ ਕੱਪੜਿਆਂ ਦੀ ਸਤਹ 'ਤੇ ਵਰਤੀਆਂ ਜਾਣ ਵਾਲੀਆਂ ਸਜਾਵਟੀ ਚੀਜ਼ਾਂ ਤੋਂ ਹੈ, ਜਿਵੇਂ ਕਿ ਕਢਾਈ, ਕੱਟ ਵਰਕ, ਪੈਚ ਵਰਕ, ਸ਼ੀਸ਼ਾ, ਮੋਤੀ, ਤਾਰਾਂ ਅਤੇ ਬਟਨਾਂ ਆਦਿ ਦੀ ਵਰਤੋਂ। ਨੰਬਰ 1, ਕਢਾਈ ਐਮਬਰਾਇਡਰੀ। ਅਪੈਰਲ ਇੰਡਸਟਰੀ ਵਿੱਚ ਕਢਾਈ ਇੱਕ ਬਹੁਤ ਮਹੱਤਵਪੂਰਨ ਥਾਂ ਰੱਖਦੀ ਹੈ। ਇਸ ਦੀਆਂ 2 ਕਿਸਮਾਂ ਹਨ। ਹੱਥ ਵਾਲੀ ਕਢਾਈ। ਇਹ ਕਢਾਈ ਹੱਥ ਦੀ ਮਦਦ ਨਾਲ ਸੂਈ ਧਾਗੇ ਨਾਲ ਕੀਤੀ ਜਾਂਦੀ ਹੈ। ਨੰਬਰ 2, ਮਸ਼ੀਨੀ ਕਢਾਈ। ਇਹ ਕਢਾਈ ਮਸ਼ੀਨ ਦੀ ਮਦਦ ਨਾਲ ਕੀਤੀ ਜਾਂਦੀ ਹੈ। ਇਸ ਵਿੱਚ ਚੇਨ ਸਟਿਚ, ਸ਼ਾਰਟਨ ਸਟਿਚ, ਲੌਂਗ ਅਤੇ ਸ਼ਾਰਟ ਸਟਿਚ ਆਦਿ ਸ਼ਾਮਿਲ ਹੁੰਦੇ ਹਨ। ਕੱਟ ਵਰਕ। ਕੱਟ ਵਰਕ ਭਾਵ ਕੱਟਿਆ ਕੰਮ। ਇਸ ਨੂੰ ਇਟਾਲੀਅਨ ਭਾਸ਼ਾ ਵਿੱਚ ਪੈਂਟੋ ਟੋਗਲਿਆਂਟੋ ਵੀ ਕਿਹਾ ਜਾਂਦਾ ਹੈ। ਇਹ ਇੱਕ ਨੀਡਲ ਵਰਕ ਤਕਨੀਕ ਹੈ। ਇਸ ਵਿੱਚ ਪਹਿਲਾਂ ਕਿਸੇ ਕੱਪੜੇ ਡਿਜ਼ਾਈਨ ਅਨੁਸਾਰ ਛੇਕ ਕੀਤੇ ਜਾਂਦੇ ਹਨ ਅਤੇ ਇਹਨਾਂ ਛੇਕਾਂ ਦੀਆਂ ਕਿਨਾਰੀਆਂ ਨੂੰ ਮਸ਼ੀਨੀ ਸੂਈ ਧਾਗੇ ਦੀ ਮਦਦ ਨਾਲ ਪੱਕਾ ਕੀਤਾ ਜਾਂਦਾ ਹੈ। ਨੰਬਰ 3, ਪੈਚ ਵਰਕ। ਪੈਚ ਵਰਕ ਵਿੱਚ ਵੱਖ-ਵੱਖ ਪੈਟਰਨ ਅਤੇ ਰੰਗ ਦੇ ਕੱਪੜੇ ਦੇ ਟੁਕੜਿਆਂ ਨੂੰ ਇਕੱਠੇ ਸਿਲਾਈ ਕਰਕੇ ਆਪਸ ਵਿੱਚ ਜੋੜਿਆ ਜਾਂਦਾ ਹੈ ਅਤੇ ਵੱਖ-ਵੱਖ ਪੈਟਰਨ ਦੇ ਨਮੂਨੇ ਬਣਾਏ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਪੈਚ ਵਰਕ ਮਿਸਰ ਕਾਲ ਵਿੱਚ ਹੋਂਦ ਵਿੱਚ ਆਈ, ਕਿਉਂਕਿ ਪੈਚ ਵਰਕ ਤਕਨੀਕ ਨਾਲ ਵੱਖ-ਵੱਖ ਕੱਪੜਿਆਂ ਦੇ ਟੁਕੜਿਆਂ ਨੂੰ ਇਕੱਠੇ ਸਿਲਾਈ ਕੀਤਾ ਜਾਂਦਾ ਹੈ। ਇਸ ਲਈ ਇਸ ਨੂੰ ਪੀਸਿੰਗ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਅੱਜ ਕੱਲ੍ਹ ਕੱਟ ਆਊਟ ਡਿਜ਼ਾਈਨ ਨੂੰ ਡਰੈਸ 'ਤੇ ਲਗਾਉਣ ਨੂੰ ਵੀ ਪੈਚ ਵਰਕ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕਰਕੇ ਜੀਨਸ, ਟੀ-ਸ਼ਰਟ, ਸੂਟ, ਜੈਕਟ, ਬੱਚਿਆਂ ਦੇ ਕੱਪੜੇ, ਪਿੱਲੋ ਕਵਰ, ਬੈਗ, ਪਰਦੇ ਆਦਿ ਕਿਸੇ ਵੀ ਕੱਪੜੇ ਨੂੰ ਸ਼ਾਨਦਾਰ ਰੂਪ ਦਿੱਤਾ ਜਾਂਦਾ ਹੈ। ਆਸ ਹੈ ਕਿ ਤੁਹਾਨੂੰ ਅੱਜ ਦਾ ਇਹ ਟੌਪਿਕ ਸਮਝ ਆ ਗਿਆ ਹੋਵੇਗਾ। ਧੰਨਵਾਦ।